Once again, welcome back to the program. ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਮਿਸਟਰ ਅਜੇ ਛੱਬੜ ਨਾਲ, ਜਿਹੜੇ ਕਿ ਇੱਕ ਇੰਸ਼ੋਰੈਂਸ ਐਡਜਸਟਰ ਹਨ। ਇਹ ਪਬਲਿਕਲੀ ਕੰਮ ਕਰਦੇ ਨੇ। ਹਾਲ ਹੀ ਵਿੱਚ ਇੱਕ ਖਬਰ ਆਈ ਸੀ ਜਿਸ ਵਿੱਚ ਕਿਹਾ ਗਿਆ ਕਿ ਜਿਹੜੇ ਘਰਾਂ ਦੇ ਵਿੱਚ ਅਸੀਂ ਐਕਸਟਰਾ ਸੂਟਸ ਬਣਾਉਂਦੇ ਆ, ਉਸ ਵਾਸਤੇ ਜੇਕਰ ਤੁਸੀਂ ਡਿਕਲੇਅਰ ਕੀਤਾ ਵੀ ਹੈਗਾ ਤਦ ਵੀ ਤੁਸੀਂ ਉਹ ਇੰਸ਼ੋਰੈਂਸ ਪੱਖ ਤੋਂ ਕਵਰ ਨਹੀਂ ਹੋ। ਇਸ ਦਾ ਕੀ ਮਤਲਬ ਹੈ, ਇਸ ਦੀ ਕੀ ਰੈਮੀਫਿਕੇਸ਼ਨਸ ਹੋ ਸਕਦੀਆਂ ਨੇ, ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਨਾਮਵਰ ਪਬਲਿਕ ਐਡਜਸਟਰ ਅਜੇ ਛੱਬੜ ਤੋਂ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਵੈਰੀ ਮਚ। ਸੋ ਅਜੇ ਜੀ, ਇਹ ਜਿਹੜੀ ਖਬਰ ਆਈ ਹੈ ਅਨਡਿਕਲੇਅਰਡ ਸੂਟਸ ਕੈਨ ਵੋਇਡ ਓਨਰਸ ਇੰਸ਼ੋਰੈਂਸ, ਇਹ ਕੀ ਮਤਲਬ ਹੈ ਤੇ ਇਸ ਦੇ ਨਾਲ ਕੀ ਅਸਰ ਇਹਦਾ ਜਿਹੜਾ ਹੈਗਾ ਪੈ ਸਕਦਾ ਹੈਗਾ ਜੀ? ਇਹ ਉਹੀ ਖਬਰ ਹੈ ਜਿਹਦੇ ਬਾਰੇ ਚ ਅਸੀਂ ਪਿਛਲੇ 1-2 ਪ੍ਰੋਗਰਾਮਸ ਦੇ ਵਿੱਚ ਵੀ ਕਲੈਰੀਫਾਈ ਕੀਤਾ ਸੀ ਜੀ ਕਿ ਜਦੋਂ ਤੁਸੀਂ ਇੰਸ਼ੋਰੈਂਸ ਕਰਵਾਓ ਆਪਣੇ ਏਜੰਟ ਨੂੰ, ਬ੍ਰੋਕਰ ਨੂੰ, ਇੰਸ਼ੋਰੈਂਸ ਵਾਲੇ ਨੂੰ ਜ਼ਰੂਰ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਬੇਸਮੈਂਟ ਸੂਈਟ ਹੈ, ਨਹੀਂ ਹੈ, ਕਿੰਨੀਆਂ ਜੇ ਹੈਗੀਆਂ ਤਾਂ ਕਿੰਨੀਆਂ ਹੈ, 1 ਹੈ, 2 ਹੈ, 3 ਹੈ, ਜੋ ਵੀ ਹੈ ਜੀ। ਕਿਉਂਕਿ BC ਦੇ ਵਿੱਚ ਕਿਉਂਕਿ ਪ੍ਰਾਈਸਿਸ ਘਰਾਂ ਦੀਆਂ ਇੰਨੀਆਂ ਜ਼ਿਆਦਾ ਹੋ ਗਈਆਂ ਕਿ ਮੋਸਟ ਅਕੋਰਡਿੰਗ ਟੂ ਦ ਨਿਊਜ਼ਪੇਪਰ ਜਿਹੜਾ ਆਰਟੀਕਲ ਆਇਆ ਜੀ, ਉਹਦੇ ਵਿੱਚ ਇਹ ਕਹਿ ਰਿਹਾ ਕਿ 1 ਕੁਆਟਰ ਯਾਨੀ ਕਿ 25% ਜਿਹੜੇ ਘਰ ਹੈ ਉਹਨਾਂ ਦੀ ਬੇਸਮੈਂਟ ਸੂਈਟਸ ਹੈ। ਜੀ ਪਰ ਸਾਡੀ ਕਮਿਊਨਿਟੀ ਦੇ ਵਿੱਚ ਵੀ ਨੋ ਕਿ ਫਿਰ 25% ਤੋਂ ਕਿਤੇ ਜ਼ਿਆਦਾ। ਬਿਲਕੁਲ ਠੀਕ ਹੈ ਨਾ। ਹੁਣ ਜਦੋਂ ਕਿਤੇ ਅੱਗ ਲੱਗ ਜਾਏ ਉਸ ਘਰ ਦੇ ਵਿੱਚ ਤਾਂ ਇੰਸ਼ੋਰੈਂਸ ਕੰਪਨੀ ਦਾ ਜਿਹੜਾ ਐਡਜਸਟਰ ਹੈ ਉਹ ਆ ਕੇ ਕਹੇਗਾ ਕਿ ਜੀ ਤੁਸੀਂ ਡਿਕਲੇਅਰ ਨਹੀਂ ਕੀਤੀ, ਇਸ ਕਰਕੇ ਅਸੀਂ ਇਹਨੂੰ ਕਵਰ ਨਹੀਂ ਕਰਨਾ। ਓਕੇ। ਔਰ ਘਰ ਜਿਹੜਾ ਹੈ ਇੱਕ ਤਾਂ ਵੈਲਿਊ ਜ਼ਿਆਦਾ ਹੈ, ਔਰ ਦੂਸਰੀ ਗੱਲ ਫੈਕਟ ਲਾਈਫ ਦਾ ਇਹ ਹੈ ਕਿ ਲੋਕ 10 ਸਾਲ 20 ਸਾਲ ਮਿਹਨਤ ਕਰਕੇ ਉਹਦੀ ਮੌਰਗੇਜ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਪੇ ਆਫ ਹੋ ਜਾਏ। ਐਂਡ ਜਸਟ ਇਮੈਜਿਨ ਕਿ ਜੇ ਕਿਸੇ ਇਨਸਾਨ ਨੇ ਇੰਸ਼ੋਰੈਂਸ ਕਰਵਾ ਰੱਖੀ ਹੈ, ਉਹਦੇ ਦਿਮਾਗ 'ਚ ਇੱਕ ਸੈਂਸ ਆਫ ਸਿਕਿਉਰਿਟੀ ਹੈ, ਔਰ ਉਹ ਵੈਨ ਦੇਰ ਇਜ਼ ਅ ਫਾਇਰ ਉਹਨੂੰ ਮਹਿਸੂਸ ਹੁੰਦਾ ਕਿ ਮੈਂ ਕਵਰਡ ਹਾਂ, ਪਰ ਐਡਜਸਟਰ ਸਾਹਿਬ ਆ ਕੇ ਕਹਿੰਦੇ ਕਿ ਕਵਰਡ ਨਹੀਂ ਹੈ। ਇਟਸ ਅ ਬਿਗੇਸਟ ਸ਼ੌਕ ਆਫ ਦੈਟ ਪਰਸਨਸ ਲਾਈਫ। ਐਬਸੋਲੂਟਲੀ। ਠੀਕ ਹੈ ਨਾ। ਸੋ ਦੂਸਰੀ ਸਾਈਡ ਤੇ ਜੇ ਤੁਸੀਂ ਕੈਲਕੂਲੇਟ ਕਰੋ, ਇਟ ਟੇਕਸ ਓਨਲੀ ਅ ਮਿਨਟ ਕਿ ਅਸੀਂ ਘਰ ਦੀ ਇੰਸ਼ੋਰੈਂਸ ਦੇ ਕਿੰਨੇ ਪੈਸੇ ਦਿੰਦੇ ਹਾਂ ਸਾਲ ਦੇ? ਜੀ 1000 2000 $1,500 ਔਨ ਐਨ ਐਵਰੇਜ। ਜੀ 10 ਘਰ ਜਿਹੜੇ ਹੈ ਉਹ ਹੋ ਗਏ $15,000 ਲੈਟਸ ਸੇ। ਜੀ 100 ਘਰ ਹੋ ਗਏ 150,000, 1000 ਘਰ ਹੋ ਗਏ ਮਲਟੀਪਲਾਈ 1.5 ਮਿਲੀਅਨ ਹੋ ਗਏ। ਠੀਕ ਹੈ। ਡਾਟਾ ਜਿਹੜਾ ਉਹ ਇਹ ਕਹਿੰਦਾ ਹੈ ਕਿ ਤਕਰੀਬਨ 20,000 ਹਾਊਸਿਸ ਦੇ ਵਿੱਚੋਂ ਇੱਕ ਘਰ ਨੂੰ ਅੱਗ ਲੱਗੇਗੀ 1 ਸਾਲ ਦੇ ਵਿੱਚ। ਅੱਛਾ। ਸੋ ਇਟ ਮੀਨਸ ਇੰਸ਼ੋਰੈਂਸ ਕੰਪਨੀ ਨੇ ਤਕਰੀਬਨ 20,000 ਮਲਟੀਪਲਾਈਡ ਬਾਈ $1,500 ਐਵਰੇਜ ਲਗਾ ਲਈ। ਜੀ। ਇਟਸ ਅਬਾਊਟ $30 million ਦੇ ਹੈਵ ਕਲੈਕਟਡ। ਰਾਈਟ। $30 million ਕਲੈਕਟ ਕਰਕੇ ਔਰ ਘਰ ਦੀ ਜਿਹੜੀ ਬਿਲਡਿੰਗ ਦੀ ਵੈਲਿਊ ਹੈ ਉਹ ਕਿੰਨੀ ਹੁੰਦੀ ਹੈ ਆਮ ਤੌਰ ਤੇ? 2 ਲੱਖ 3 ਲੱਖ 4 ਲੱਖ 5 ਲੱਖ, ਇਸ ਤੋਂ ਵੱਧ ਤਾਂ ਲੱਗਦੀ ਨਹੀਂ ਘਰ ਦੀ। ਜੀ $30 million ਲੈ ਕੇ ਔਰ ਉਹ 4 ਲੱਖ ਜਾਂ 5 ਲੱਖ ਦਾ ਜਿਹੜਾ ਕਲੇਮ ਦੇਣ ਵਾਸਤੇ ਉਹ ਬਹੁਤ ਪ੍ਰੋਬਲਮਸ ਕਰਦੇ। ਠੀਕ। ਸੋ ਦੈਟਸ ਵਾਟ ਦ ਸਟੈਟਿਸਟਿਕਸ ਪੁਆਇੰਟ ਸਮਵੇਅਰ Yes, ਡਿਫਰੈਂਟ। ਪਰ ਹੁਣ ਸਵਾਲ ਇਹ ਆਉਂਦਾ ਹੈ ਕਿ ਕਈ ਵਾਰੀ ਲੋਕ ਜਿਹੜੇ ਹੈਗੇ ਨੇ ਇਹ, ਕਿਉਂਕਿ ਜਿਸ ਤਰ੍ਹਾਂ ਪਤਾ ਕਿ ਸੂਟਸ ਵੀ ਇਲੀਗਲ ਹੈਗੀਆਂ ਨੇ, ਜੀ। ਉਹਦੇ ਵਿੱਚ ਕਈ ਵਾਰੀ ਡਿਕਲੇਅਰ ਨਹੀਂ ਕਰਦੇ ਕਿ ਬਈ ਇੰਸ਼ੋਰੈਂਸ ਵਾਲੇ ਨੂੰ ਜੇ ਦੱਸਤਾ ਕਿ ਬਈ ਸਾਡੇ ਕੋਲ ਇੱਕ ਹੋਰ ਹੈਗੀ ਹੈ ਤਾਂ ਸਿਟੀ ਦੇ ਨਾਲ ਨਾ ਕੋਈ ਹੋਏ, ਤਾਂ ਇਹਦੇ ਬਾਰੇ ਦੱਸੋ ਕਿ ਕੀ ਤੁਹਾਡੇ ਕੋਲੋਂ ਜਿਹੜੀ ਇਨਫੋਰਮੇਸ਼ਨ ਉਹ ਦਿੱਤੀ ਜਾਂਦੀ ਹੈ ਤੁਹਾਨੂੰ, ਕੀ ਉਹ ਸਿਟੀ ਨੂੰ ਵੀ ਜਾਂਦੀ ਹੈ? ਵੈਰੀ ਗੁੱਡ ਕੁਐਸਚਨ। ਆਮ ਤੌਰ ਤੇ ਲੋਕ ਇਹ ਡਰਦੇ ਹਨ ਕਿ ਜੇ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਦੱਸਤਾ, ਜੀ ਬ੍ਰੋਕਰ ਨੂੰ ਦੱਸਤਾ, ਬ੍ਰੋਕਰ ਨੇ ਇੰਸ਼ੋਰੈਂਸ ਕੰਪਨੀ ਨੂੰ ਦੱਸਤਾ, ਇੰਸ਼ੋਰੈਂਸ ਕੰਪਨੀ ਸ਼ਾਇਦ ਸਿਟੀ ਨੂੰ ਯਾਨੀ ਕਿ ਗਵਰਨਮੈਂਟ ਨੂੰ ਦੱਸ ਦੇਗੀ। ਜੀ। ਬਟ ਦੈਟ ਇਜ਼ ਰੋਂਗ। ਓਕੇ। ਇੰਸ਼ੋਰੈਂਸ ਕੰਪਨੀ ਇੱਕ ਪ੍ਰਾਈਵੇਟ ਅਦਾਰਾ ਹੈ, ਉਹ ਤੁਹਾਡੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਕੋਰਟ ਆਰਡਰ ਤੋਂ ਬਿਨਾਂ ਜੀ ਨਹੀਂ ਰਿਲੀਜ਼ ਕਰ ਸਕਦੀ ਠੀਕ ਹੈ। ਸਿਟੀ ਨੂੰ। ਹੁਣ ਕੁਐਸਚਨ ਇਹ ਪੈਦਾ ਹੁੰਦਾ ਹੈ ਕਿ ਜੇ ਬੇਸਮੈਂਟ ਸੂਈਟਸ ਇਲੀਗਲ ਹੈ ਸਿਟੀ ਦੇ ਪੁਆਇੰਟ ਆਫ ਵਿਊ ਨਾਲ, ਤੁਸੀਂ ਟੈਕਸਿਸ ਉੱਤੇ ਨਹੀਂ ਪੇ ਕਰ ਰਹੇ, ਪਰ ਇੰਸ਼ੋਰੈਂਸ ਕੰਪਨੀ ਨੂੰ ਡਿਕਲੇਅਰ ਕੀਤਾ ਹੋਇਆ, ਜੀ ਇੰਸ਼ੋਰੈਂਸ ਕੰਪਨੀ ਨੂੰ ਉਸ ਕੇਸ ਦੇ ਵਿੱਚ ਜੇ ਫਾਇਰ ਦਾ ਲਾਸ ਹੋ ਗਿਆ, ਦੇ ਵਿਲ ਹੈਵ ਟੂ ਪੇ ਫॉर ਦੋਜ਼ ਬੇਸਮੈਂਟ ਸੂਈਟਸ। ਓਕੇ। ਸੋ ਯੂ ਹੈਵ ਟੂ, ਦ ਓਨਲੀ ਕ੍ਰਾਈਟੇਰੀਆ ਇਜ਼ ਯੂ ਹੈਵ ਟੂ ਰਿਪੋਰਟ ਬਿਫੋਰ, ਜਦੋਂ ਤੁਸੀਂ ਕਰ ਰਹੇ ਹੋ। ਕਿੰਨਾ ਕੁ ਫਰਕ ਪੈ ਜਾਂਦਾ ਹੈਗਾ ਜਿਹੜਾ ਕਿ ਜਦੋਂ ਤੁਸੀਂ ਪ੍ਰੀਮੀਅਮ ਦੀ ਜਿਹੜੀ ਗੱਲ ਕੀਤੀ ਹੈਗੀ ਸੀ, ਜੇਕਰ 1000-1500 ਜਾ ਰਹੇ ਤੇ ਐਕਸਟਰਾ ਡਿਕਲੇਅਰ ਕਰਨ ਨਾਲ ਕਿੰਨਾ ਕੁ ਫਰਕ ਪੈਂਦਾ ਹੈਗਾ? ਇਹ ਕੁਐਸਚਨ ਵੈਸੇ ਬ੍ਰੋਕਰ ਜ਼ਿਆਦਾ ਬੈਟਰ ਆਨਸਰ ਕਰ ਸਕਦੇ ਹਨ ਐਡਜਸਟਰਸ ਨਾਲੋਂ, ਬਟ ਕਿਉਂਕਿ ਮੇਰੇ ਘਰ ਦੇ ਵਿੱਚ ਵੀ ਬੇਸਮੈਂਟ ਸੂਈਟਸ ਹੈ, ਤਾਂ ਇਸ ਕਰਕੇ ਆਈ ਵੁੱਡ ਸੇ ਅਬਾਊਟ $100-150, $100-150 ਸਾਲ ਦਾ ਹੋਰ ਐਕਸਟਰਾ ਪੇ ਹੋ ਜਾਏਗਾ। ਓਕੇ। ਹੁਣ ਇਹਦੇ 'ਚ ਇੱਕ ਹੋਰ ਹੈਗਾ ਕਿ ਜਿਸ ਤਰ੍ਹਾਂ ਨਵੇਂ ਘਰ ਬਣਦੇ ਨੇ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਨਵੇਂ ਘਰ ਜਦੋਂ ਬਣਦੇ ਨੇ ਅਜੇ ਜੀ ਉਹਦੇ ਵਿੱਚ ਇਨਸਪੈਕਸ਼ਨ ਕਰਵਾ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਕਈ ਵਾਰੀ ਕੰਸਟਰਕਸ਼ਨ ਕਰਾ ਲਈ ਜਾਂਦੀ ਹੈ, ਪਰ ਇੰਸ਼ੋਰੈਂਸ ਜਿਹੜੀ ਹੈ ਉਹ ਤਾਂ ਪਹਿਲਾਂ ਲੈ ਲਈ ਗਈ ਹੁੰਦੀ ਹੈ, ਤਾਂ ਕੀ ਤੁਸੀਂ ਅਮੈਂਡ ਵੀ ਕਰ ਸਕਦੇ ਹੋ ਇਸ ਇੰਸ਼ੋਰੈਂਸ? ਜਦੋਂ ਵੀ ਐਡ ਕੀਤੀ ਬੇਸਮੈਂਟ ਸੂਈਟ, ਜੀ ਉਸੇ ਵਕਤ ਇੰਸ਼ੋਰੈਂਸ ਆਪਣੇ ਬ੍ਰੋਕਰ ਨੂੰ ਦੱਸੋ। ਉਹਦੀ ਡਿਊਟੀ ਹੈ ਕਿ ਉਹ ਅੱਗੇ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਕਰੇ, ਔਰ ਜਿਹੜਾ ਐਡੀਸ਼ਨਲ ਡਿਫਰੈਂਸ, ਜਿਹੜਾ ਕੋਈ ਡਿਫਰੈਂਸ ਆ ਜਾਏਗਾ ਪ੍ਰੀਮੀਅਮ ਦੇ, ਜੋ ਤੁਹਾਨੂੰ ਇਨਫੋਰਮ ਕਰ ਦੇਣਗੇ, ਤੁਹਾਨੂੰ ਦੱਸ ਦੇਣਗੇ, ਤੁਸੀਂ ਉਹ ਪੇ ਕਰ ਦਿਓ। ਰਾਈਟ। ਇਸੀ ਤਰ੍ਹਾਂ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ, ਯੂ ਮਸਟ ਇਨਫੋਰਮ ਯੂਰ ਬ੍ਰੋਕਰ। ਜੇ 2-4 ਦਿਨ ਲਈ 10 ਦਿਨ ਲਈ ਜਾ ਰਹੇ ਹੋ, ਨੋ ਬਿਗ ਡੀਲ, ਪਰ ਜੇ ਜ਼ਿਆਦਾ ਸਮੇਂ ਲਈ ਜਾ ਰਹੇ ਹੋ ਤਾਂ ਆਪਣੇ ਬ੍ਰੋਕਰ ਨੂੰ ਦੱਸ ਕੇ ਜਾਓ। ਜਾਂ ਇੱਕ ਹੋਰ ਸਮੱਸਿਆ ਆਪਣੀ ਕਮਿਊਨਿਟੀ 'ਚ ਕੀ ਹੈ, ਸਮੱਸਿਆ ਨਹੀਂ ਸਿਚੁਏਸ਼ਨ ਹੈ ਕਿ
ਮਕਾਨ ਬਣਾ ਲਿਆ ਜੀ ਉਹ ਵੇਚਣ ਵਾਸਤੇ ਬਣਾਇਆ ਰਾਈਟ ਹੁਣ ਉਹ ਮਕਾਨ ਜਿਹੜਾ ਉਹ ਖਾਲੀ ਹੈ ਕਿਉਂਕਿ ਹਜੇ ਵਿਕ ਨਹੀਂ ਰਿਹਾ ਜੀ ਹੁਣ ਜਦੋਂ ਮਕਾਨ ਵੇਕੈਂਟ ਹੈ ਔਰ ਅਸੀਂ ਉਹਨਾਂ ਨੂੰ ਇਹ ਕਿਹਾ ਹੋਇਆ ਕਿ ਅਸੀਂ ਕੋਰਸ ਆਫ ਕੰਸਟਰਕਸ਼ਨ COC ਵੀ ਉਹਨੂੰ ਬੋਲਦੇ ਹਾਂ ਉਹ ਇੰਸ਼ੋਰੈਂਸ ਕਰਵਾਈ ਹੋਈ ਹੈ ਹੁਣ ਜੇ ਉੱਥੇ ਰੱਬ ਨਾ ਕਰੇ ਅੱਗ ਲੱਗ ਜੇ ਜੀ ਤਾਂ ਪ੍ਰੋਬਲਮ ਫਿਰ ਓਕੇ ਪਰ ਉਹ ਜਿਹੜੀ ਇੰਸ਼ੋਰੈਂਸ ਲਈ ਹੋਈ ਹੈ ਕੀ ਉਹ ਕਵਰ ਨਹੀਂ ਕਰਦੀ ਦੀ ਆਨਸਰ ਇਜ਼ ਨੋ ਜਦੋਂ ਘਰ ਦੀ ਇਨਸਪੈਕਸ਼ਨ ਹੋਗੀ ਜੀ ਠੀਕ ਹੈ ਫਾਈਨਲ ਇਨਸਪੈਕਸ਼ਨ ਫਾਈਨਲ ਇਨਸਪੈਕਸ਼ਨ ਹੋਗੀ ਉਸ ਤੋਂ ਬਾਅਦ ਤੁਸੀਂ ਮਕਾਨ 'ਚ ਉੱਥੇ ਕੋਈ ਰਹਿ ਨਹੀਂ ਰਿਹਾ ਰਾਈਟ ਠੀਕ ਹੈ ਔਰ ਜੇ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਦੱਸਿਆ ਕਿ ਮੈਂ ਉੱਥੇ ਰਹਿ ਰਿਹਾ ਕਿਉਂਕਿ ਜਿਹੜੀ ਕੋਰਸ ਆਫ ਕੰਸਟਰਕਸ਼ਨ ਉਦੋਂ ਤੱਕ ਹੀ ਹੈ ਨਾ ਜਦੋਂ ਤੱਕ ਉਹਦਾ ਫਾਈਨਲ ਇਨਸਪੈਕਸ਼ਨ ਨਹੀਂ ਹੋਈ ਦੈਟਸ ਰਾਈਟ ਉਹਦਾ ਮਤਲਬ ਹੀ ਕੋਰਸ ਆਫ ਬਿਲਕੁਲ ਕੰਸਟਰਕਸ਼ਨ ਹੈ ਯਾ ਰਾਈਟ ਸੋ ਇਹਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਆਪਣੇ ਭਾਈਚਾਰੇ ਵਿੱਚ ਇਹੀ ਚੀਜ਼ ਚੱਲਦੀ ਰਹਿੰਦੀ ਹੈਗੀ ਹੈ ਕੁਝ ਲੋਕ ਕੀ ਕਰਨਗੇ ਕਹਿਣਗੇ ਜੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਟੈਲੀਫੋਨ ਉੱਥੇ ਲਵਾ ਲੈਂਦੇ ਹਾਂ ਲੈਟਸ ਬੀ ਪ੍ਰੈਕਟੀਕਲ ਐਂਡ ਬੀ ਫੈਕਚੁਅਲ ਕਿ ਅਸੀਂ ਟੈਲੀਫੋਨ ਉੱਥੇ ਲਵਾ ਲਿਆ ਮੇਲ ਉੱਥੇ ਮੇਰੀ ਆਣੀ ਸ਼ੁਰੂ ਹੋ ਗਈ ਡਰਾਈਵਿੰਗ ਲਾਇਸੈਂਸ ਤੇ ਮੈਂ ਐਡਰੈਸ ਚੇਂਜ ਕਰਾ ਲਿਆ ਰੈਵਨਿਊ ਕੈਨੇਡਾ ਦਾ ਇੱਕ ਨਜ਼ਰੀਆ ਡਿਫਰੈਂਟ ਹੈ ਤੁਸੀਂ ਕੈਪੀਟਲ ਗੇਨ ਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਉਹਨੂੰ ਕਿਸ ਤਰ੍ਹਾਂ ਵੀ ਹੈਂਡਲ ਕਰ ਰਹੇ ਹੋ ਉਹ ਸਾਡਾ ਏਰੀਆ ਨਹੀਂ ਹੈ ਪ੍ਰੈਕਟਿਸ ਦਾ ਜੀ ਸਾਡਾ ਏਰੀਆ ਪ੍ਰੈਕਟਿਸ ਦਾ ਫਾਇਰਸ ਐਂਡ ਫਲੱਡਸ ਇਹ ਹੈ ਠੀਕ ਔਰ ਜੇ ਇਨਸਾਨ ਉੱਥੇ ਡਿਕਲੇਅਰ ਕਰ ਰਿਹਾ ਹੈ, ਪਰ ਰਹਿ ਨਹੀਂ ਰਿਹਾ ਤਾਂ ਐਡਜਸਟਰ ਵਾਸਤੇ ਬਹੁਤ ਆਸਾਨ ਹੈ ਲੱਭਣਾ ਕਿ ਤੁਸੀਂ ਉੱਥੇ ਸਿਰਫ ਕਾਗਜ਼ਾਂ 'ਚ ਹੀ ਨਾਮ ਦਿਖਾਇਆ ਹੋਇਆ ਕਿ ਮੈਂ ਉੱਥੇ ਰਹਿ ਰਿਹਾ ਜਾਂ ਤੁਸੀਂ ਰੀਅਲੀ ਉੱਥੇ ਰਹਿ ਰਹੇ ਸੀ ਜਿਹੜੇ ਇੰਸ਼ੋਰੈਂਸ ਕੰਪਨੀ ਦੇ ਐਡਜਸਟਰਸ ਨੇ ਦੇ ਵਿਲ ਗੋ ਐਂਡ ਟਾਕ ਟੂ ਦ ਨੇਬਰਸ ਗੁਆਂਢੀਆਂ ਨਾਲ ਗੱਲ ਕਰਨਗੇ ਟੈਲੀਫੋਨ ਦੇ ਅੱਜਕੱਲ੍ਹ ਸੈੱਲ ਫੋਨ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਟਾਈਮ ਸਪੈਂਡ ਕਰ ਰਹੇ ਹੋ ਕਿੱਥੋਂ ਤੁਸੀਂ ਕਾਲ ਕੀਤੀ ਜਦੋਂ ਤੁਹਾਨੂੰ ਕਾਲ ਆਈ ਤੁਸੀਂ ਕਿੱਥੇ ਸੀ ਸੋ ਬੇਸਡ ਔਨ ਆਲ ਦੋਜ਼ ਪ੍ਰੋਬੇਬਿਲਿਟੀਜ਼ ਇੰਸ਼ੋਰੈਂਸ ਕੰਪਨੀ ਦਾ ਐਡਜਸਟਰ ਇਹ ਕਹਿ ਦੇਗਾ ਕਿ ਤੁਸੀਂ ਇੱਥੇ ਰਹਿ ਨਹੀਂ ਸੀ ਰਹੇ ਮਕਾਨ ਵੇਕੈਂਟ ਸੀ ਖਾਲੀ ਸੀ ਤਾਂ ਇਸ ਕਰਕੇ ਸੌਰੀ ਦੇयर इज नो ਕਵਰੇਜ ਜੀ ਸੋ ਅਜੇ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਬੜੀ ਗੰਭੀਰ ਸਮੱਸਿਆ ਹੈਗੀ ਇਸ ਵਾਸਤੇ ਸਾਨੂੰ ਚਿੰਤਤ ਹੋਣਾ ਪਏਗਾ ਸਿਰਫ 50 100 150 ਡਾਲਰ ਬਚਾਉਣ ਵਾਸਤੇ ਅਸੀਂ ਇਹ ਨਾ ਕਰੀਏ ਕਿ ਅਸੀਂ ਡਿਕਲੇਅਰ ਨਾ ਕਰੀਏ ਤੇ ਇਸ ਵਿੱਚ ਕੋਈ ਡਰ ਨਹੀਂ ਕਿ ਸਿਟੀ ਨੂੰ ਪਤਾ ਲੱਗ ਜਾਏਗਾ ਜਾਂ ਨਹੀਂ ਤੁਹਾਡਾ ਬਿਲਕੁਲ ਇੱਕ ਵੱਖਰਾ ਇੰਸ਼ੋਰੈਂਸ ਦਾ ਡਿਪਾਰਟਮੈਂਟ ਹੁੰਦਾ ਹੈ ਹੁਣ ਅਖੀਰ ਵਿੱਚ ਤੁਹਾਡਾ ਕੀ ਮੈਸੇਜ ਹੋਏਗਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੱਸੋ ਲੇਕਿਨ ਫਿਰ ਵੀ ਅਜੇ ਅਸੀਂ ਥੋੜ੍ਹੇ ਜਿਹੇ ਸੁਣ ਕੇ ਵੀ ਇਹ ਸ਼ਾਇਦ ਕਦਮ ਨਾ ਚੁੱਕੀਏ ਪਰ ਇਹ ਖਬਰ ਜਿਹੜੀ ਕਹਿੰਦੀ ਹੈ ਕਿ ਮੋਸਟ ਲੈਂਡਲਾਰਡਸ ਆਰ ਅਨਅਵੇਅਰ ਆਫ ਦਿਸ ਪਾਰਟਿਕੂਲਰ ਪ੍ਰੋਪਰ ਕਵਰੇਜ ਕਿ ਉਹਨਾਂ ਨੇ ਨਹੀਂ ਲਈ ਹੋਈ ਉਹਦੇ ਵਾਸਤੇ ਕੀ ਕਰਨ ਤੇ ਖਾਸ ਤੌਰ ਦੇ ਉੱਤੇ ਕਿਉਂਕਿ ਸਮਾਂ ਨਹੀਂ ਕਿ ਵਿਸਤਾਰ ਵਿੱਚ ਗੱਲ ਕਰੀਏ ਕੋਈ ਇੰਡੀਵਿਜੂਅਲੀ ਗੱਲਬਾਤ ਕਿਸੇ ਨੇ ਕਰਨੀ ਹੋ ਤਾਂ ਕਿੱਥੇ ਸੰਪਰਕ ਤੁਹਾਨੂੰ ਕਰ ਸਕਦੇ ਨੇ ਪਹਿਲੀ ਗੱਲ ਆਪਣੇ ਇੰਸ਼ੋਰੈਂਸ ਬ੍ਰੋਕਰ ਨੂੰ ਕਾਲ ਕਰੋ ਉਸ ਨੂੰ ਦੱਸੋ ਔਰ ਉਸ ਤੋਂ ਬਾਅਦ ਆਪਣੀ ਪਾਲਿਸੀ ਚੈੱਕ ਕਰੋ ਔਰ ਉਹਦੇ ਵਿੱਚ ਦੇਖੋ ਕਿ ਬੇਸਮੈਂਟ ਸੂਈਟਸ ਲਿਖੀਆਂ ਹੋਈਆਂ ਜੇ ਤੁਸੀਂ ਡਿਕਲੇਅਰ ਕੀਤੀਆਂ ਤਾਂ ਕਿਤੇ ਬ੍ਰੋਕਰ ਤੋਂ ਗਲਤੀ ਤਾਂ ਨਹੀਂ ਹੋਗੀ ਉਹਨੇ ਰਹਿ ਗਿਆ ਹੋਏ ਜੀ ਬਾਕੀ ਅਸੀਂ ਲੋਕ ਫ੍ਰੀ ਕੰਸਲਟੇਸ਼ਨ ਪ੍ਰੋਵਾਈਡ ਕਰਦੇ ਹਾਂ ਜੇ ਕਿਸੇ ਦਾ ਲਾਸ ਹੋ ਜਾਏ ਫਲੱਡ ਦਾ ਆ ਜਾਏ ਫਾਇਰ ਹੋ ਜਾਏ ਕੁਝ ਵੀ ਨੁਕਸਾਨ ਹੋ ਜਾਏ ਦੇ ਕੈਨ ਕਮ ਟੂ ਅਸ ਤੇ ਅਸੀਂ ਸਰੀ 'ਚ ਹੀ ਹਾਂ 604-502-0334 ਤੇ ਜੇ ਕੋਈ ਈਵਨਿੰਗ ਜਾਂ ਵੀਕਐਂਡ ਤੇ ਵੀ ਮਿਲਣਾ ਚਾਹੇ ਤਾਂ ਵੀ ਕੈਨ ਮੀਟ ਦੈਮ ਜੀ ਅਜੇ ਜੀ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਇਹ ਇਨਫੋਰਮੇਸ਼ਨ ਦਿੱਤੀ ਯਕੀਨਨ ਤੌਰ ਦੇ ਉੱਤੇ ਇਸ ਵਿੱਚ ਸਾਨੂੰ ਪਤਾ ਨਹੀਂ ਸੀ ਲੇਕਿਨ ਜਿਹੜੀ ਤੁਸੀਂ ਇਹ ਇਨਫੋਰਮੇਸ਼ਨ ਦਿੱਤੀ ਇਸ ਨਾਲ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਨੇ ਜ਼ਰੂਰ ਫਾਇਦਾ ਲੈਣਗੇ ਥੈਂਕ ਯੂ ਵੈਰੀ ਮਚ ਫॉर योर टाइम ਥੈਂਕ ਯੂ ਵੈਰੀ ਮਚ ਜੋ ਅੱਜ ਗੱਲਬਾਤ ਹੋਈ ਜੀ ਅਜੇ ਛੱਬੜ ਜੀ ਨੇ ਇੱਕ ਬੜੇ ਹੀ ਇੰਪੋਰਟੈਂਟ ਇਸ਼ੂ ਤੇ ਗੱਲਬਾਤ ਕੀਤੀ ਹੈ ਕਿ ਥੋੜ੍ਹੇ ਜਿਹੇ ਪੈਸੇ ਬਚਾਉਣ ਵਾਸਤੇ ਅਸੀਂ ਕਿਤੇ ਇਹ ਗਲਤੀ ਨਾ ਕਰ ਲਈਏ ਕਿਉਂਕਿ ਇਸ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਅਤੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਇਸ ਤੋਂ ਸਾਨੂੰ ਚਿੰਤਤ ਹੋਣਾ ਪਏਗਾ ਪਰ ਨਾਲ ਅਸੀਂ ਆਪਣੇ ਆਪ ਦੀ ਇਨਫੋਰਮੇਸ਼ਨ ਜਿਹੜੀ ਉਸ ਨੂੰ ਜ਼ਰੂਰ ਚੈੱਕ ਕਰੀਏ ਜਿਹੜੀ ਸਾਡੇ ਕੋਲ ਹੈ ਤੇ ਜੇਕਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜੇਕਰ ਤੁਹਾਡੇ ਕੋਲੋਂ ਰਹਿ ਗਈ ਹੈ ਦੁਬਾਰਾ ਵੀ ਤੁਸੀਂ ਉਸ ਨੂੰ ਐਡ ਕਰਵਾ ਸਕਦੇ ਹੋ ਤਾਂ ਕਿ ਰੱਬ ਨਾ ਕਰੇ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਤੁਹਾਨੂੰ ਉਸ ਦਾ ਪੂਰੀ ਕੰਪਨਸੇਸ਼ਨ ਮਿਲ ਜਾਵੇ ਹੋਰ ਜਾਣਕਾਰੀ ਲਈ ਸਕਰੀਨ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਵੀ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ